तेरे कवन कवन गुण कह कह गामा तू साहिब गुणी निधाना तुमरी महिमा बरनना साकों तू ठाकुर ऊच भगवाना भगत तेरे मन भाम दे दर सोहन कीरत गाम दे भगत तेरे मन भाम दे दर सोहन कीरत गाम दे। शब्दावतार बाणी ते बोहित जुगोह जुग अटल परम सन्मान योग परम सत्कार योग चवर छतर तख्त के मालिक साहिबे कबाल साहिबे बरकत साहिबे कमाल मुर्शदे कामल कामले रहबर रोशने चिराग नूरे नज़र पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु धन धन पिता साहिब गुरु ग्रंथ साहिब जी दी पावन हजूरी तो अठवें पातशाह अष्टम बलबीरा बाला प्रीतम महान सतगुरु साहिब गुरु हरकृष्ण साहिब जी दे पावन पवित्र इतिहासक स्थान गुरुद्वारा बंगला साहिब तो गुरु की कथा सुन रही सन्मान योग साध संगत जीओ गुरु की बख्शी फतेह बुलाओ वाहिगुरु जी का खालसा वाहिगुरु जी की फतेह। सदके गुरु तुहाडे तो गुरु दी गोद च बैठ के कथा सुन रहे हो एकाग्रता तुहाडी बहुत मिल रही है दूर तक नजर जा रही है सामने पर एक गल चेते रखना गुरु दी गोद बहुत विशाल है जिहड़े इत्थे बैठे हो वो भी गुरु की गोद च बैठे हो घर दे विच जे किते तुसी लाइव टैलीकास्ट राही चढ़दी कला टाइम टीवी ते या फेसबुक लाइव ते गुरु दी कथा सुन रहे हो उत्थे भी तुसी गुरु दी गोद प्राप्त कर रहे हो। गुर मेरे संग सदा है नाले ये वखरी गल है जे गंदे गाने सुन रहे हो कुछ होर वेख रहे हो उदों गुरु नूं विसार दिंदे हो ते जिथे गुरु विसरिया गोद भी साडे तो ओदी चली गई किरपा भी चली गई। सो किरपा दे पात्र बने हो एक बेनती अक्सर करदा हुंदा दुनिया दे हर एक मनुख दी दौड़ है दुख सारे घरों बाहर कढ़दियां सुख घर च लै आवां। हर एक बंदा सोचदा दुखां दी पंड पोटली चुक के बाहर सटावां सुखां दी पंड घर च लै आवां पर जितना असीं सुखां दे पिछे दौड़दे हां उतने दुख अगे आउंदे ने। पुछिए सतगुरु जी दुख दूर किस तरह होणगे तरस नहीं आउंदा तुहानूं दसो। कहंदे मैं ते रोज ही जपजी साहब च आवाज मार के कहंदा गावीऐ सुणीऐ मन रखिए भाओ जद भी तू गुरु दी गोद च बैठ के गुरु दी गल सुन रहा है ते मन दे च शरधा प्यार लैके सुनना है ते फिर होवेगा कि दुख पर हर सुख घर लै जाए। दुख तेरे दूर हो जाणगे सुखां नूं घर नूं लैके जावेंगा। अज छुट्टी दा दिन है
ਜਿਹੜੇ ਗੁਰੂ ਕੀ ਗੋਦ ਤੱਕ ਪੁੱਜ ਗਏ ਹੋ, ਮੱਥਾ ਟੇਕ ਰਹੇ ਹੋ, ਗੁਰੂ ਕੀ ਦੇਗ ਲੈ ਰਹੇ ਹੋ, ਜਾਂ ਜੋੜਾ ਕਰ ਚ ਜੋੜੇ ਜਮਾ ਕਰਾ ਰਹੇ ਹੋ। ਕਿਤਨਾ ਚੰਗਾ ਹੋਵੇ ਕਿ ਕੁਝ ਸਮਾਂ ਸਤ ਸੰਗਤ ਦੇ ਵਿੱਚ ਟਿਕ ਕੇ ਬੈਠ ਜਾਓ। ਕੋਈ ਨਾ ਮਹਾਨ ਸ਼ਖਸੀਅਤ ਹੋਵੇ ਕਿਤੇ ਦੁਨਿਆਵੀ, ਕੋਈ ਨੇਤਾ ਹੋਵੇ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਜਾਂ ਕੋਈ ਹੋਰ ਸ਼ਖਸੀਅਤ ਹੋਵੇ, ਤੇ ਬੰਦੇ ਨੂੰ ਜੇ ਉਹਦੇ ਨੇੜੇ ਬੈਠਣ ਦਾ ਟਾਈਮ ਮਿਲ ਜਾਵੇ ਨਾ, ਉਹ ਬੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਬੜਾ ਭਾਗਾਂ ਵਾਲਾ ਸਮਝਦਾ ਹੈ। ਤੇ ਜਿਸ ਗੁਰੂ ਦੇ ਸਨਮੁਖ ਆ ਕੇ ਦੁਨੀਆ ਦੇ ਰਾਜੇ ਮਹਾਰਾਜੇ ਨਤਮਸਤਕ ਹੁੰਦੇ ਹੋਣ, ਜੋ ਕੇਵਲ ਗੁਰੂ ਹੀ ਨਹੀਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿੱਥੇ ਵਾਹਿਗੁਰੂ ਆਪ ਵਸਦਾ ਏ, ਬੈਠਦਾ ਹੈ, ਉੱਥੇ ਕਿਉਂ ਨਾ ਕੁਝ ਸਮਾਂ ਟਿਕ ਕੇ ਬੈਠ ਜਾਈਏ। ਟਿਕ ਕੇ ਬੈਠੋ ਜਿੱਥੇ ਜਗ੍ਹਾ ਮਿਲੇ ਤੇ ਗੁਰੂ ਕੀ ਕਥਾ ਦਾ ਆਨੰਦ ਮਾਣੋ। ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਹਡਗੰਥੀ ਗੁਰਦੁਆਰਾ ਬੰਗਲਾ ਸਾਹਿਬ ਕਹਿ ਰਹੇ ਸਨ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ। ਸ਼ਬਦ ਸਵਈਏ ਦੀ ਵਿਚਾਰ ਦੇ ਨਾਲ ਨਾਲ ਆਪਾਂ ਕੁਝ ਘਟਨਾਵਾਂ ਭਗਤ ਨਾਮਦੇਵ ਜੀ ਦੇ ਜੀਵਨ ਵਿੱਚੋਂ ਵੀ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ। ਕਰੋ ਕਿਰਪਾ ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾ ਘੁੱਪ ਅੰਧੇਰਾ ਹੈ, ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ। ਅਗਲੇ ਬਚਨ ਵੀ ਬੜੇ ਕਮਾਲ ਦੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇੱਕ ਅੰਧੇਰੇ ਦੀ ਗੱਲ, ਇੱਕ ਸਮਝ ਨਹੀਂ ਪੈਂਦੀ, ਇੱਕ ਸੁਰਤ ਦੀ ਗੱਲ ਕੀਤੀ, ਮੁਕਤ ਦੀ ਗੱਲ ਕੀਤੀ। ਇਹ ਕੁਝ ਗੱਲਾਂ ਵਿਚਾਰਨ ਵਾਲੀਆਂ ਨੇ। ਗੁਰੂ ਤੋਂ ਬਿਨਾ ਘੁੱਪ ਅੰਧੇਰਾ ਹੈ। ਕਿਉਂ ਅੰਧੇਰਾ ਹੈ? ਇਹ ਤੇ ਲਾਈਟਾਂ ਜਗ ਰਹੀਆਂ ਨੇ, ਇਹ ਤੇ ਸੂਰਜ ਚੜਿਆ ਹੋਇਆ ਹੈ। ਗੁਰੂ ਤੋਂ ਬਿਨਾਂ ਅੰਧੇਰਾ ਕਿਸ ਤਰ੍ਹਾਂ ਹੋਇਆ? ਇਹ ਤੇ ਚਾਨਣਾ ਹੈ। ਇੱਕ ਦਿਨ ਦਾਸ ਨੇ ਬੇਨਤੀ ਕੀਤੀ ਸੀ, 3 ਪ੍ਰਕਾਰ ਦਾ ਚਾਨਣਾ ਮੁੱਖ ਤੌਰ ਤੇ ਮੰਨਿਆ ਜਾਂਦਾ ਹੈ। ਪਹਿਲਾ ਚਾਨਣਾ ਇਹ ਹੈ ਸੂਰਜ ਤੇ, ਕਿਉਂਕਿ ਆਪਾਂ ਨੇ ਸਮਝਣਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇੱਕ ਚਾਨਣਾ ਹੈ ਇਹ ਲਾਈਟਾਂ ਦਾ ਜਾਂ ਸੂਰਜ ਦਾ। ਇਹ ਜ਼ਰੂਰੀ ਹੈ, ਕਿਉਂਕਿ ਅੰਧੇਰੇ 'ਚ ਠੇਡੇ ਖਾਣ ਤੋਂ ਚੰਗਾ ਹੈ। ਕਈ ਵਾਰੀ ਕਿਸੇ ਵਸਤੂ ਦੀ ਵੀ ਸਮਝ ਨਹੀਂ ਆਉਂਦੀ, ਰਾਹ ਤੱਕ ਦੀ ਸਮਝ ਨਹੀਂ ਆਉਂਦੀ। ਗੱਡੀ 'ਚ ਬੰਦਾ ਜਾ ਰਿਹਾ, ਘੁੱਪ ਅੰਧੇਰਾ ਹੋਵੇ, ਕਈ ਵਾਰੀ ਗੱਡੀ ਸੜਕ ਤੋਂ ਵੀ ਥੱਲੇ ਉਤਰ ਜਾਂਦੀ ਹੈ, ਸਮਝ ਹੀ ਨਹੀਂ ਪੈਂਦੀ। ਅੰਧੇਰਾ ਸਮਝ ਗਵਾ ਦਿੰਦਾ ਹੈ, ਅੰਧੇਰਾ ਪਛਾਣ ਗਵਾ ਦਿੰਦਾ ਹੈ, ਤੇ ਚਾਨਣਾ ਪਛਾਣ ਕਰਵਾ ਦਿੰਦਾ ਹੈ। ਚਾਨਣੇ 'ਚ ਸਮਝ ਆਉਂਦੀ ਹੈ ਇਹ ਕੌਣ ਹੈ, ਮੈਂ ਕਿੱਧਰ ਤੁਰਨਾ ਹੈ। ਇੱਕ ਚਾਨਣਾ ਇਹ ਹੈ ਜੋ ਜ਼ਰੂਰੀ ਹੈ, ਜਿਹੜਾ ਲਾਈਟਾਂ ਦਾ ਜਾਂ ਸੂਰਜ ਦਾ। ਪਰ ਇਹ ਚਾਨਣਾ ਹੋਵੇ, ਜੇ ਅੱਖਾਂ ਦਾ ਚਾਨਣਾ ਨਹੀਂ ਹੈ, ਅੱਖਾਂ ਦੀ ਰੌਸ਼ਨੀ ਨਹੀਂ ਹੈ, ਬੰਦਾ ਅੰਧਾ ਹੈ, ਤੇ ਅੰਧੇ ਬੰਦੇ ਲਈ ਇਹ ਚਾਨਣਾ ਕਿਸੇ ਕੰਮ ਦਾ ਨਹੀਂ ਹੈ। ਇਹ ਚਾਨਣਾ ਕਿਸੇ ਕੰਮ ਦਾ ਨਹੀਂ ਹੈ। ਇਸ ਦਾ ਮਤਲਬ ਕਿ ਅੱਖਾਂ ਦਾ ਚਾਨਣਾ, ਅੱਖਾਂ ਦੀ ਰੌਸ਼ਨੀ ਵੀ ਚਾਹੀਦੀ ਹੈ। ਹੁਣ ਅੱਖਾਂ ਦੀ ਰੌਸ਼ਨੀ ਵੀ ਹੋਵੇ, ਇਹ ਬਾਹਰ ਦਾ ਚਾਨਣਾ ਵੀ ਹੋਵੇ, ਪਰ ਸੁਰਤ ਰੂਪੀ ਰੋਸ਼ਨੀ ਗਵਾਚ ਜਾਵੇ, ਚੇਤਨਾ ਗਵਾਚ ਜਾਵੇ, ਬੰਦਾ ਕੋਮਾ 'ਚ ਚਲਾ ਜਾਵੇ, ਉਹਦੀ ਹਾਲਤ ਵੇਖੋ। ਇਹ ਦੋਨੋਂ ਚਾਨਣੇ ਉਹਦੇ ਕਿਸੇ ਕੰਮ ਦੇ ਨਹੀਂ ਹਨ, ਕਿਉਂਕਿ ਉਹ ਸੁਰਤ ਰੂਪੀ ਚਾਨਣੇ ਦੇ ਗਵਾਚਣ ਕਰਕੇ ਉਹ ਅੰਧੇਰੇ 'ਚ ਜੀ ਰਿਹਾ, ਉਹਦੀ ਪਛਾਣ ਗਵਾਚ ਗਈ ਹੈ। ਉਹਦੇ ਸਾਹਮਣੇ ਉਹਦੇ ਪੁੱਤਰ ਨੂੰ, ਪਤਨੀ ਨੂੰ ਲੈ ਜਾਓ, ਬਾਬਾ ਪਛਾਣਦਾ? ਉਹ ਬਿਟਰ ਬਿਟਰ ਵੇਖੀ ਜਾਂਦਾ ਹੈ, ਪਰ ਪਛਾਣ ਨਹੀਂ, ਕੋਮਾ ਵਿੱਚ ਹੈ। ਇਸ ਦਾ ਮਤਲਬ ਇਹ ਤਿੰਨੇ ਚਾਨਣੇ ਜ਼ਰੂਰੀ ਨੇ। ਪਰ ਕੀ ਗੱਲ ਇੱਥੇ ਰੁਕ ਜਾਵੇਗੀ? ਨਹੀਂ, ਇੱਕ ਇਸ ਤੋਂ ਮਹਾਨ ਚਾਨਣਾ
ਹੋਰ ਚਾਹੀਦਾ ਹੈ, ਕਿਉਂਕਿ ਸੁਰਤ ਚੇਤਨਾ ਹੈ। ਇਹ ਚਾਨਣਾ ਵੀ ਹੈ ਸੂਰਜ ਤੇ ਲਾਈਟਾਂ ਦਾ। ਤੇ ਕੀ ਹੋਵੇਗਾ? ਗੁਰਦੁਆਰਾ ਬੰਗਲਾ ਸਾਹਿਬ ਤੱਕ ਪੁੱਜ ਗਏ, ਸੀਸਗੰਜ ਸਾਹਿਬ ਤੋਂ ਪੁੱਜ ਗਏ। ਇਤਨਾ ਪਤਾ ਹੈ ਕਿ ਦੇਗ ਭੇਟਾ ਕਰਨੀ ਹੈ, ਮੱਥਾ ਟੇਕਣਾ ਹੈ, ਬਹੁਤ ਕੁਝ ਮੰਗਣਾ ਹੈ। ਇਹ ਵੀ ਦੇ ਦੇ, ਉਹ ਵੀ ਦੇ ਦੇ। ਸਤਿਗੁਰੂ ਅਰਦਾਸਾਂ ਰਾਹੀਂ ਕਾਫੀ ਕੁਝ ਮੰਗ ਲੈਣਾ ਹੈ। ਬਸ ਸਮਝ ਇੱਥੇ ਤੱਕ ਕੰਮ ਕਰ ਰਹੀ ਹੈ। ਇਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਚਾਨਣਾ ਚਾਹੀਦਾ ਹੈ। ਉਹ ਚਾਨਣਾ ਦਿੰਦਾ ਗੁਰੂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਉਹ ਅਗਿਆਨਤਾ ਰੂਪੀ ਅੰਧੇਰਾ ਗਿਆਨ ਰੂਪੀ ਚਾਨਣੇ ਦੇ ਨਾਲ ਦੂਰ ਹੁੰਦਾ ਹੈ। ਤੇ ਉਦੋਂ ਸਮਝ ਪੈਂਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੀ ਮੁੱਢ ਦੀ ਪਛਾਣ ਕਰ। ਪਛਾਣ ਗੁਆਚੀ ਹੋਈ ਹੈ। ਕਿਉਂ ਗੁਆਚੀ ਹੋਈ ਹੈ? ਕਿਉਂਕਿ ਅੰਧੇਰੇ ਵਿੱਚ ਜੀ ਰਹੇ ਹਾਂ। ਹੈ ਅੰਧੇਰੇ 'ਚ ਜੀ ਰਹੇ ਹਾਂ? ਨਹੀਂ, ਅਸੀਂ ਤੇ ਬਹੁਤ ਚਾਨਣਾ ਕੀਤਾ ਹੋਇਆ। ਅਸੀਂ ਤੇ ਕਈ ਪ੍ਰਕਾਰ ਦੀ ਲਾਈਟਾਂ ਲਾਈਆਂ ਹੋਈਆਂ ਨੇ। ਪਰ ਸਾਹਿਬ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜੇ ਤੈਨੂੰ ਆਪਣੇ ਜੀਵਨ ਦੀ ਸਮਝ ਹੀ ਨਹੀਂ, ਪਛਾਣ ਹੀ ਨਹੀਂ, ਤੇ ਬਾਕੀ ਤੇ ਸਭ ਕੁਝ ਵਿਅਰਥ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਿਸ ਗੱਲ ਲਈ ਜਨਮ ਮਿਲਿਆ ਸੀ, ਕਵਨ ਕਾਜ ਸਰਦੇ ਜਗ ਕੀਤਰ, ਜਨਮ ਕਵਨ ਫਲ ਪਾਇਆ। ਭਵਨਿਧ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਕਿੱਡੇ ਵੱਡੇ ਅਪਰਾਧੀਆਂ। ਕਿਉਂ ਅਪਰਾਧੀ ਬਣੇ? ਕਿਉਂਕਿ ਸਾਨੂੰ ਪਤਾ ਹੀ ਨਹੀਂ ਜੀਵਨ ਮਿਲਿਆ ਕਿਉਂ ਹੈ, ਕਿਉਂ ਵਾਹਿਗੁਰੂ ਨੇ ਸਾਨੂੰ ਬਣਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਾਂ ਕਿ ਭਾਉ ਭਗਤ ਨਹੀਂ ਸਾਦੀ। ਜਿਸ ਵਾਹਿਗੁਰੂ ਜੀ ਨੇ ਇਹ ਪਿੰਡ ਜਿੰਦ ਸ਼ਰੀਰ ਦਿੱਤਾ, ਜੋ ਪਾਲਣਾ ਕਰ ਰਿਹਾ ਹੈ, ਜੋ ਰੋਜੀ ਰੋਟੀ ਦੇ ਰਿਹਾ ਹੈ, ਉਹਦੀ ਭਗਤੀ ਨਹੀਂ ਕੀਤੀ ਤੇ ਫਿਰ ਪਛਾਣ ਹੀ ਨਹੀਂ ਨਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨੰ। ਜਿਸ ਸ਼ਬਦ ਦੀ ਵਿਚਾਰ ਤੁਸੀਂ ਸਰਵਨ ਕਰ ਰਹੇ ਹੋ ਨਾ, ਇਸ ਸ਼ਬਦ ਦੀ ਵਿਚਾਰ ਤੋਂ ਬਿਨਾ ਸਭ ਕੁਝ ਵਿਅਰਥ ਹੈ। ਸਭ ਕੁਝ ਵਿਅਰਥ ਹੈ। ਜੇ ਜੀਵਨ ਹੀ ਵਿਅਰਥ ਚਲਾ ਗਿਆ ਤੇ ਬਾਕੀ ਮਿਲਿਆ ਕੀ? ਪ੍ਰਾਪਤੀ ਕੀ ਹੈ? ਅਸਫਲਤਾ ਵੱਡਾ ਦੁੱਖ ਹੈ ਤੇ ਸਫਲਤਾ ਵੱਡਾ ਸੁੱਖ ਹੈ। ਸਤਿਗੁਰੂ ਜੀ ਕਹਿ ਰਹੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾ ਇਸ ਸੁਰਤ ਨੂੰ ਦਿਸ਼ਾ ਨਹੀਂ ਮਿਲ ਸਕਦੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਰਤ ਨੂੰ ਦਿਸ਼ਾ ਦਿੱਤੀ। ਜਦ ਪੁੱਛਿਆ ਨਾ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਆ ਰਿਹਾ ਨਾ ਪ੍ਰਕਾਸ਼ ਗੁਰਪੁਰਬ, ਹਮੇਸ਼ਾ ਹੀ ਵਿਦਵਾਨ ਕਹਿ ਜਾਂਦੇ ਨੇ ਇਹ ਲਾਈਨ ਵੀ ਪੁੱਛਿਆ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਤੇ ਜਵਾਬ ਕੀ ਦਿੱਤਾ? ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਮੇਰਾ ਗੁਰੂ ਹੈ ਤੇ ਸੁਰਤ ਮੇਰੀ ਸਿੱਖ ਹੈ। ਤੇ ਜਦ ਸੁਰਤ ਨੂੰ ਸਿੱਖ ਬਣਾ ਲਿਆ, ਉਦੋਂ ਜੀਵਨ ਦੀ ਸਮਝ ਆ ਗਈ, ਕਿਉਂਕਿ ਉਦੋਂ ਗੁਰੂ ਦੀ ਪ੍ਰਾਪਤੀ ਹੋ ਗਈ। ਤੇ ਜਿਹਨੂੰ ਗੁਰੂ ਦੀ ਪ੍ਰਾਪਤੀ ਹੋ ਗਈ, ਉਹਦਾ ਜੀਵਨ ਸਫਲ ਹੋ ਗਿਆ, ਮੁਕਤ ਹੋ ਗਿਆ। ਤੇ ਜੇ ਗੁਰੂ ਦੀ ਪ੍ਰਾਪਤੀ ਹੀ ਨਹੀਂ ਤੇ ਮੁਕਤੀ ਨੂੰ ਵੀ ਕੁਝ ਹੋਰ ਹੀ ਸਮਝੀ ਬੈਠੇ ਆ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਨੇ ਜਿੱਥੇ ਵੀ ਗਏ ਇਹ ਗੱਲ ਸਮਝਾ ਦਿੱਤੀ ਭੁੱਲਿਆਂ ਲੋਕਾਂ ਨੂੰ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਨਾ ਜਦ ਕੋਈ 4-5 ਸਾਲ ਦੇ ਹੋਏ, 5-6 ਸਾਲ ਦੇ, ਤੇ ਮਹਿਤਾ ਕਲਿਆਣ ਦਾਸ ਜੀ ਨੂੰ ਇਹ ਫਿਕਰ ਹੋਈ ਕਿ ਬੱਚੇ ਨੂੰ ਪੜਾਉਣਾ ਚਾਹੀਦਾ ਹੈ। ਤੇ ਗੋਪਾਲ ਪਾਂਧੇ ਕੋਲ ਲੈ ਗਏ ਤੇ ਜਾ ਕੇ ਕਹਿੰਦੇ ਨੇ ਕਿ ਇਹਨੂੰ ਪੜਾਓ, ਨਾਨਕ ਨੂੰ ਪੜਾਓ। ਜਦ ਬਿਠਾਇਆ ਗਿਆ ਅੱਗੇ, ਉਦੋਂ ਉਹ ਗੋਪਾਲ ਪਾਂਧਾ ਇਹ ਅੱਖਰ ਪੜ੍ਹਾ ਰਿਹਾ ਸੀ ਬੱਚਿਆਂ ਨੂੰ, ਸੱਸਾ ਅੱਖਰ। ਪੱਟੀ ਦਿੱਤੀ, ਨਾਨਕ ਇਹਦੇ ਉੱਤੇ ਅੱਖਰ ਲਿਖ, ਸੱਸਾ ਅੱਖਰ। ਸਾਹਮਣੇ ਤੋਂ ਸਵਾਲ ਕਰ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਸ ਅੱਖਰ ਦਾ ਮੀਨਿੰਗ, ਅਰਥ, ਮਤਲਬ ਕੀ ਹੈ। ਹੈਰਾਨ ਹੋਇਆ
ਮਸਾਂ ਆਇਆ ਤੇ ਆਉਂਦੇ ਸਵਾਲ ਕਰ ਰਿਹਾ ਹੈ। ਕਹਿਣ ਲੱਗਾ ਨਾਨਕ ਇੱਕ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ, ਕੋਈ ਮੀਨਿੰਗ ਮਤਲਬ ਨਹੀਂ ਹੁੰਦਾ। ਕਈ ਅੱਖਰ ਜੁੜਦੇ ਨੇ ਤਦ ਸ਼ਬਦ ਬਣਦਾ ਹੈ, ਕੋਈ ਉਹਦਾ ਅਰਥ ਹੁੰਦਾ ਹੈ। ਤੇ ਫੱਟੀ ਸੁੱਟ ਦਿੱਤੀ। ਇਨਕਲਾਬ ਲਿਆਉਣਾ ਸੌਖੀ ਗੱਲ ਨਹੀਂ ਹੈ, ਕੁਝ ਹਟ ਕੇ ਕਰਨਾ ਪੈਂਦਾ ਹੈ। ਬਾਬਾ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ ਵਰਗਿਆਂ ਨੇ ਕੁਝ ਹਟ ਕੇ ਕੀਤਾ ਦੁਨੀਆ ਤੋਂ, ਤਾਂ ਧਿਆਨ ਗਿਆ ਦੁਨੀਆ ਦਾ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੁਝ ਹਟ ਕੇ ਕੀਤਾ ਤੇ ਇੱਕਦਮ ਧਿਆਨ ਗਿਆ ਵੀ ਫੱਟੀ ਸੁੱਟ ਦਿੱਤੀ ਆ। ਨਾਨਕ ਤੂੰ ਪੜ੍ਹਨ ਆਇਆ, ਪੜਾਉਣ ਆਇਆ? ਜੇ ਮੈਨੂੰ ਪਤਾ ਨਹੀਂ ਇਸ ਇੱਕ ਅੱਖਰ ਦਾ ਅਰਥ ਤੇ ਤੂੰ ਦੱਸ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਹਿ ਦਿੱਤਾ, ਜਿਸ ਅੱਖਰ ਦਾ ਕੋਈ ਅਰਥ ਹੀ ਨਹੀਂ, ਜਿਸ ਅਕਸ਼ਰ ਦਾ ਕੋਈ ਅਰਥ ਹੀ ਨਹੀਂ, ਉਹਨੂੰ ਪੜ੍ਹਨ ਦਾ ਕੀ ਲਾਭ? ਤੇ ਪਾਂਧਾ ਕਹਿੰਦਾ ਫਿਰ ਤੂੰ ਦੱਸ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਦੋਂ ਕਿਹਾ ਕਿ ਪਾਂਧਾ ਜੀ, ਜੇ ਪੁੱਛਦੇ ਹੋ ਤੇ ਇਸ ਅੱਖਰ ਦਾ ਅਰਥ ਹੈ ਸੱਸੈ ਸੋਏ ਸ੍ਰੇਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਕਹਿੰਦੇ ਸੱਸੇ ਤੋਂ ਇਸ ਗੱਲ ਨੂੰ ਸਮਝੋ, ਸੁਰਤ ਉੱਥੇ ਟਿਕਾਓ ਕਿ ਸ੍ਰਿਸ਼ਟੀ ਨੂੰ ਪਰਮਾਤਮਾ ਵਾਹਿਗੁਰੂ ਜੀ ਨੇ ਸਾਜਿਆ ਹੈ ਤੇ ਉਹੀ ਮਾਲਕ ਹੈ ਇਸ ਸ੍ਰਿਸ਼ਟੀ ਦਾ। ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ। ਦੇਖੋ ਸੱਸੇ ਤੋਂ ਹੀ ਸਾਰੀ ਲੜੀ ਚੱਲ ਰਹੀ ਹੈ। ਚਿਤ ਜਿਨ ਕਾ ਲਾਗਾ, ਜਿਨ੍ਹਾਂ ਦੀ ਸੁਰਤ ਟਿਕ ਗਈ, ਚਿੱਤ ਜੁੜ ਗਿਆ, ਉਹ ਉਹਦੇ ਸਿਮਰਨ ਵਿੱਚ ਜੁੜ ਗਏ। ਆਇਆ ਤਿਨ ਕਾ ਸਫਲ ਭਇਆ, ਸੰਸਾਰ ਚ ਉਹਨਾਂ ਦਾ ਆਉਣਾ ਸਫਲ ਹੋ ਗਿਆ, ਨਹੀਂ ਤੇ ਵਿਅਰਥ ਗਿਆ। ਹੁਣ ਪਾਂਧੇ ਨੂੰ ਸਮਝ ਆਈ ਕਿ ਬੜੀ ਇਹ ਤੇ ਉੱਚੀ ਗੱਲ ਹੈ। ਹੁਣ ਕਹਿੰਦਾ ਹੈ ਕਿ ਹੋਰ ਖੋਲ ਕੇ ਸਮਝਾਓ। ਉਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਪਾਂਧਾ ਜੀ ਗੱਲ ਇਹ ਸਮਝਾਉਣੀ ਚਾਹੁੰਦਾ ਕਿ ਜਿਸ ਤਰ੍ਹਾਂ ਸ਼ੂਨਯ, ਸਿਫਰ, ਜ਼ੀਰੋ ਕਿਤਨੇ ਵੀ ਹੋਣ, ਜੇ ਸਾਹਮਣੇ ਕੋਈ ਗਿਣਤੀ ਨਹੀਂ ਤੇ ਉਹਦੀ ਕੋਈ ਵੈਲਿਊ ਨਹੀਂ, ਕੋਈ ਮੁੱਲ ਨਹੀਂ। ਪਰ ਜੇ ਸਾਹਮਣੇ ਏਕਾ ਆ ਜਾਵੇ, ਕੋਈ ਗਿਣਤੀ ਆ ਜਾਵੇ, ਉਹਦਾ ਮੁੱਲ ਪੈ ਜਾਂਦਾ ਹੈ। 10, 100, 1000, ਲੱਖ, ਕਰੋੜ। ਬਿਲਕੁਲ ਇਉਂ ਮਨੁੱਖ ਆਪਣੇ ਆਪ ਵਿੱਚ ਬਿਲਕੁਲ ਸ਼ੂਨਯ ਹੈ, ਜ਼ੀਰੋ ਹੈ, ਸਿਫਰ ਹੈ। ਜੋ ਇੱਕ ਨਾਲ ਜੁੜ ਜਾਂਦਾ ਹੈ ਤੇ ਉਹਦੀ ਵੈਲਿਊ ਬਣ ਜਾਂਦੀ ਹੈ, ਉਹਦਾ ਜੀਵਨ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਮਝਾਇਆ ਨਾ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ, ਦੇਖੋ 15 ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਹੈ, ਇਸ ਸੁੰਦਰ ਲੜੀ ਦੀ 15 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਇੱਕ ਬਹੁਤ ਕੀਮਤੀ ਰਤਨ ਨਗੀਨੇ ਨੇ। ਜੋ ਗੱਲ ਆ ਰਹੀ ਹੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤ ਨਹੀਂ ਮਿਲ ਸਕਦੀ, ਮੁਕਤੀ ਨਹੀਂ ਮਿਲ ਸਕਦੀ। ਗੁਰੂ ਹੀ ਸਮਝਾਉਂਦਾ ਹੈ ਕਿ ਮੁਕਤੀ ਤੇ ਬਹੁਤ ਛੋਟੀ ਗੱਲ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਹਦੀ ਪ੍ਰੀਤ ਵਾਹਿਗੁਰੂ ਜੀ ਦੇ ਚਰਨਾਂ ਨਾਲ ਬਣ ਗਈ, ਮੁਕਤੀ ਤੇ ਉਹਦੇ ਚਰਨਾਂ ਦੀ ਦਾਸੀ ਹੈ। ਬਾਬਾ ਨਾਮਦੇਵ ਜੀ ਕ੍ਰਾਂਤੀਕਾਰੀ ਭਗਤ ਸਨ। ਇੱਧਰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। 4 ਪੁੱਤਰ ਸਨ, ਇੱਕ ਬੇਟੀ ਸੀ, ਬੇਟੀ ਦਾ ਨਾਮ ਸੀ ਲਿੰਬਾਬਾਈ। ਤੇ ਪੁੱਤਰਾਂ ਦਾ ਨਾਮ ਦੇਖੋ, ਸ਼ੁਰੂ ਆਰੰਭ ਤੋਂ ਸੁਰਤ ਜੁੜੀ ਹੋਈ ਸੀ। ਤੇ ਪੁੱਤਰਾਂ ਦਾ ਨਾਮ ਰੱਖਿਆ, ਇੱਕ ਦਾ ਨਾਰਾਇਣ, ਦੂਜੇ ਦਾ ਮਹਾਦੇਵ, ਤੀਜੇ ਦਾ ਗੋਬਿੰਦ ਤੇ ਚੌਥੇ ਦਾ ਬੀਠਲ। ਤੇ ਇਹ ਸ਼ਬਦ ਬਾਬਾ ਨਾਮਦੇਵ ਜੀ ਨੇ ਬਾਣੀ ਵਿੱਚ ਵੀ ਵਰਤੇ ਨੇ। ਇਹ ਸ਼ਬਦ ਵਰਤੇ ਜਾਂਦੇ ਨੇ ਪ੍ਰਮਾਤਮਾ ਵਾਹਿਗੁਰੂ ਜੀ ਲਈ, ਵੀ ਪੁੱਤਰਾਂ ਦਾ ਨਾਮ ਲਿਆ ਤਾਂ ਵੀ ਸੁਰਤ ਪ੍ਰਮਾਤਮਾ ਵਾਹਿਗੁਰੂ ਨਾਲ ਜੁੜੀ ਰਵੇ। ਇਹ ਬੜੀ ਵੱਡੀ ਖੇਡ ਹੈ ਕਿ ਪੁੱਤਰ ਨੂੰ, ਬੇਟੀ ਨੂੰ, ਪਤਨੀ ਨੂੰ, ਪਤੀ ਨੂੰ ਨਿਸ਼ਾਨੀ ਬਣਾ ਲੈਣਾ ਮਾਲਕ ਵਾਹਿਗੁਰੂ ਜੀ ਦਾ।
ਅਸੀਂ ਤੇ ਕਦੀ ਵੇਖਦੇ ਹੀ ਨਹੀਂ ਆ ਵੀ ਪੁੱਤਰ ਸਾਹਮਣੇ ਆਵੇ ਤੇ ਇੱਕਦਮ ਰੱਬ ਚੇਤੇ ਆਵੇ, ਸ਼ੁਕਰ ਹੈ ਮਾਲਕ ਵਾਹਿਗੁਰੂ ਤੇਰੀ ਕਿਰਪਾ ਸਦਕਾ ਔਲਾਦ ਮਿਲੀ ਹੈ, ਬੇਟੀ ਬੇਟਾ ਨੇ। ਪਤਨੀ ਘਰ ਨੂੰ ਸੁੱਖ ਦੇ ਰਹੀ ਹੈ, ਸੇਵਾ ਕਰ ਰਹੀ ਹੈ, ਘਰ ਦੀ ਇੱਜ਼ਤ ਨੂੰ ਸੰਭਾਲ ਕੇ ਰੱਖਿਆ ਹੈ। ਪਤਨੀ ਸਾਹਮਣੇ ਆਵੇ ਤੇ ਸ਼ੁਕਰਾਨਾ ਨਿਸ਼ਾਨੀ ਹੋ ਜਾਵੇ ਵਾਹਿਗੁਰੂ ਜੀ ਦੀ, ਸ਼ੁਕਰ ਹੈ ਦਾਤੇ ਤੇਰੀ ਕਿਰਪਾ ਸਦਕਾ ਇਹਨੇ ਘਰ ਵਸਾਇਆ ਹੋਇਆ ਹੈ। ਪਤੀ ਸਾਹਮਣੇ ਆਵੇ, ਪਤੀ ਨਿਸ਼ਾਨੀ ਬਣ ਜਾਵੇ ਮਾਲਕ ਵਾਹਿਗੁਰੂ ਜੀ ਦੀ। ਹਰ ਇੱਕ ਦਾਤ ਨੂੰ ਤੁਸੀਂ ਦਾਤੇ ਦੀ ਨਿਸ਼ਾਨੀ ਬਣਾ ਸਕਦੇ ਹੋ, ਬਸ਼ਰਤੇ ਸੁਰਤ ਦਾਤੇ ਨਾਲ ਜੁੜੀ ਹੋਵੇ, ਨਹੀਂ ਤੇ ਦਾਤ ਪਿਆਰੀ ਵਿਸਰਿਆ ਦਾਤਾਰ। ਭਗਤ ਨਾਮਦੇਵ ਜੀ ਕ੍ਰਾਂਤੀਕਾਰੀ ਭਗਤ ਸਨ। ਉਹਨਾਂ ਨੇ ਆਵਾਜ਼ ਮਾਰ ਕੇ ਮਾਲਕ ਵਾਹਿਗੁਰੂ ਜੀ ਨੇ ਜੀ ਨੂੰ ਕਹਿ ਦਿੱਤਾ, ਮੁਏ ਹੁਏ ਜੋ ਮੁਕਤ ਦਿਓ ਗਏ ਮੁਕਤ ਨਾ ਜਾਣੈ ਕੋਇਲਾ। ਇਹ ਮਾਲਕ ਵਾਹਿਗੁਰੂ ਮਰਨ ਤੋਂ ਬਾਅਦ ਮੁਕਤੀ ਦੇਗਾ, ਤੇ ਮਰਨ ਤੋਂ ਬਾਅਦ ਕੌਣ ਜਾਣਦਾ ਕਿ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ। ਮੈਂ ਤੇ ਮਰ ਗਿਆ, ਉਸ ਤੋਂ ਬਾਅਦ ਸੰਸਾਰ ਨੂੰ ਕੌਣ ਦੱਸੇਗਾ ਕਿ ਨਾਮਦੇਵ ਮੁਕਤ ਹੋ ਗਿਆ। ਜੀਂਦਿਆਂ ਜੀ ਤੇ ਮੈਨੂੰ ਮੰਦਰ ਵਿੱਚੋਂ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ ਨੀਵੀਂ ਜਾਤ ਦਾ ਕਹਿ ਕੇ, ਤੇ ਮਰਨ ਤੋਂ ਬਾਅਦ ਮੁਕਤੀ ਨਹੀਂ, ਜੀਂਦਿਆਂ ਜੀ ਮੁਕਤੀ ਦਿਓ। ਇੱਕ ਬੇਨਤੀ ਕਰਾਂ, ਇਸ ਦੇਸ਼ ਦੇ ਵਿੱਚ ਬੜਾ ਭੁਲੇਖਾ ਪਾਇਆ ਗਿਆ, ਧਾਰਮਿਕ ਜਗਤ ਦੇ ਵਿੱਚ ਵਪਾਰੀ ਬਿਰਤੀ ਨੇ ਇਹਨੂੰ ਵੀ ਲੁੱਟ ਲਓ, ਇਸ ਤੋਂ ਵੀ ਕੁਝ ਲੈ ਲਓ, ਤੇ ਕਿਹਾ ਗਿਆ ਜੇ ਇਹ ਦਾਨ ਕਰੋਗੇ ਤੇ ਮਰਨ ਤੋਂ ਬਾਅਦ ਮੁਕਤੀ ਮਿਲ ਜਾਵੇਗੀ, ਇਹ ਦਿਓਗੇ ਉਹ ਦਿਓਗੇ ਇਹ ਹੋਵੇਗਾ। ਪਰ ਮਰਨ ਤੋਂ ਬਾਅਦ ਮੁਕਤੀ ਕੀ? ਗੁਰਮਤ ਕਹਿੰਦੀ ਹੈ ਜੀਂਦਿਆਂ ਜੀ ਮੁਕਤ ਹੋਣਾ, ਵੀ ਬੰਧਨ ਤੇ ਜੀਂਦਿਆਂ ਜੀ ਦੇ ਨੇ ਨਾ। ਮੇਰੇ ਪੁੱਤਰ ਦਾ ਵਿਆਹ ਕੌਣ ਕਰਾਵੇਗਾ, ਮੇਰੀ ਬੇਟੀ ਨੂੰ ਕੌਣ ਵਿਆਹਵੇਗਾ, ਮੇਰੇ ਪੁੱਤਰ ਲਈ ਦੁਕਾਨ ਕਾਰੋਬਾਰ ਦਾ ਇੰਤਜ਼ਾਮ ਕੌਣ ਕਰੇਗਾ, ਮੇਰੇ ਤੋਂ ਬਾਅਦ ਮੇਰੀ ਪਤਨੀ ਦਾ ਕੀ ਹੋਵੇਗਾ, ਮੇਰੇ ਪਤੀ ਨੂੰ ਕੌਣ ਸੰਭਾਲੇਗਾ, ਮਾਤਾ ਪਿਤਾ ਦਾ ਕੀ ਹੋਵੇਗਾ। ਇਹ ਬੰਧਨ ਜੀਂਦਿਆਂ ਜੀ ਦੇ ਨੇ। ਮਰਨ ਤੋਂ ਬਾਅਦ ਕੌਣ ਪੁੱਤਰ ਤੇ ਕੌਣ ਬੇਟੀ, ਆਪੇ ਮੁਕਤ ਹੋ ਜਾਂਦਾ ਬੰਦਾ। ਬੰਧਨ ਤੇ ਜੀਂਦਿਆਂ ਜੀ ਦੇ ਨੇ। ਭਗਤ ਨਾਮਦੇਵ ਜੀ ਜੀਂਦਿਆਂ ਜੀ ਮੁਕਤ ਹੋ ਗਏ ਸਨ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀਂਦਿਆਂ ਜੀ ਮੁਕਤ ਨੇ। 4 ਸਾਹਿਬਜ਼ਾਦੇ ਨੇ। ਜਿਹੋ ਜੀ ਪਾਲਣਾ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਕੀਤੀ, ਅਸੀਂ ਨਹੀਂ ਕਰ ਸਕਦੇ ਬੱਚਿਆਂ ਦੀ। ਜਿਹੋ ਜੀ ਸ਼ਾਸਤਰ ਵਿਦਿਆ ਸਿਖਾਈ, ਜਿਸ ਤਰ੍ਹਾਂ ਗੁਰਬਾਣੀ ਪੜ੍ਹਾਈ, ਜਿਹੋ ਜੀ ਸੂਰਬੀਰਤਾ ਅੰਦਰ ਭਰੀ, ਦਲੇਰੀ ਭਰੀ, ਉਹ ਕੀ ਅਸੀਂ ਕਰ ਸਕਦੇ ਹਾਂ ਆਪਣੀ ਔਲਾਦ ਦੇ? ਅੱਤ ਦਾ ਪਿਆਰ ਕਰਦੇ ਸਨ ਸਤਿਗੁਰੂ ਆਪਣੀ ਔਲਾਦ ਨੂੰ, ਪਰ ਮੋਹ ਨਹੀਂ ਸੀ। ਜੀਂਦਿਆਂ ਜੀ ਮੁਕਤ ਸਨ। ਤਾਂ ਹੀ ਤਾਂ ਜਦ ਸ਼ਹੀਦੀ 4 ਸਾਹਿਬਜ਼ਾਦਿਆਂ ਦੀ ਹੋ ਗਈ, ਸਾਹਿਬ ਨੇ ਤੇ ਕਹਿ ਦਿੱਤਾ ਸੀ, ਪਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੂੰ ਸੁਖ ਹੋਏ। ਪੁੱਤਰਾਂ ਦੇ ਪਵਿੱਤਰ ਸ਼ਰੀਰ ਸ਼ਹੀਦ ਹੋਏ ਚਮਕੌਰ ਦੀ ਧਰਤੀ ਤੇ ਪਏ ਨੇ, ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੋਂ ਲੰਘਦੇ ਨੇ। ਆਮ ਦੁਨਿਆਵੀ ਪਿਤਾ ਜਿਤਨਾ ਮਰਜੀ ਦਲੇਰ ਹੋਵੇ, ਵੱਡੇ ਵੱਡੇ ਸੂਰਮੇ ਰੋਂਦੇ ਵੇਖੇ ਗਏ, ਤੇ ਜਵਾਨ ਪੁੱਤਰ ਦੀ ਲੋਥ ਸਾਹਮਣੇ ਪਈ ਹੋਵੇ, ਲੋਥ ਤੇ ਛੱਡੋ, ਮਰ ਗਿਆ ਜਵਾਨ ਪੁੱਤਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਜਾਣ ਨਾ, ਤੇ ਭੁੱਬਾਂ ਨਿਕਲ ਜਾਂਦੀਆਂ ਨੇ ਮਾਂ-ਬਾਪ ਦੀਆਂ। ਤੇ ਜੇ ਸਾਹਮਣੇ ਲਾਸ਼ਾਂ ਪਈਆਂ ਹੋਣ ਤੇ ਟੱਕਰਾਂ ਮਾਰ ਕੇ ਦੀਵਾਰਾਂ ਨਾਲ ਸਿਰ ਤੋੜ ਲੈਂਦੇ ਨੇ। ਪਰ ਇੱਥੇ ਸਾਹਿਬਜ਼ਾਦਿਆਂ ਦੇ ਪਵਿੱਤਰ ਸ਼ਰੀਰ ਸ਼ਹੀਦ ਹੋਏ ਪਏ, ਇਹ ਵੀ ਤੇ ਪਿਤਾ ਹੈ। ਪਰ ਸਤਿਗੁਰੂ ਨਿਰਮੋਹ ਅਸੀਸ ਦੇ ਕੇ ਅੱਗੇ ਵੱਧ ਜਾਂਦੇ ਨੇ, ਕਿਉਂਕਿ ਜੀਂਦਿਆਂ ਜੀ ਮੁਕਤ ਨੇ। ਅਨੰਦਪੁਰ ਸਾਹਿਬ ਵਸਦਾ ਰਸਦਾ ਤਾਂ ਵੀ ਆਨੰਦ ਵਿੱਚ ਨੇ, ਤੇ ਜੇ ਪੈਰਾਂ 'ਚ ਜੋੜਾ ਨਹੀਂ ਹੈ, ਜਾਮਾ ਲੀਰੋ ਲੀਰ ਹੈ, ਭੁੰਜੀ ਸੌਂ ਗਏ ਨੇ। ਜੀਂਦਿਆਂ ਜੀ ਮੁਕਤ ਨੇ।
ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਆਪਣੇ ਪੁੱਤਰਾਂ ਨੂੰ ਪਤਨੀ ਨੂੰ ਛੱਡ ਕੇ ਪ੍ਰਚਾਰ ਦੌਰੇ ਤੇ ਚਲੇ ਜਾਂਦੇ ਨੇ ਮਨੁੱਖਤਾ ਦੇ ਭਲੇ ਲਈ। ਜਿੰਦਿਆਂ ਜੀ ਮੁਕਤ ਨੇ, ਪਰ ਐਸੀ ਗੱਲ ਨਹੀਂ ਕਿ ਪੁੱਤਰਾਂ ਲਈ ਇੰਤਜ਼ਾਮ ਨਹੀਂ ਸੀ, ਸੁਪਤਨੀ ਲਈ ਇੰਤਜ਼ਾਮ ਨਹੀਂ, ਹਰ ਇੱਕ ਇੰਤਜ਼ਾਮ ਜੀਵਨ ਬਤੀਤ ਕਰਨ ਦਾ। ਆਪਣੀ ਜ਼ਿੰਮੇਵਾਰੀਆਂ ਤੋਂ ਦੌੜੇ ਨਹੀਂ। ਇਸੇ ਕਰਕੇ ਸਾਨੂੰ ਵੀ ਸਿਖਾਇਆ, ਅਖੀਰ ਕਰਤਾਰਪੁਰ ਆ ਕੇ ਵਸੇ ਤੇ ਪੈਲੀ ਖੇਤੀ ਵੀ ਕੀਤੀ। ਜੋ 10 ਅਰਜ ਕਰੇ ਆਏ, ਜੇ ਬਾਬਾ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਬਾਬਾ ਨਾਮਦੇਵ ਜੀ ਕ੍ਰਾਂਤੀਕਾਰੀ ਸਨ, ਉਹੀ ਸਿਧਾਂਤ ਸਨ ਉਹਨਾਂ ਦੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਨ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਨਾ, ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਐ ਮਾਲਕ ਵਾਹਿਗੁਰੂ, ਮੈਂ ਇਨਕਾਰ ਨਹੀਂ ਕਰਦਾ, ਮੈਂ ਵੀ ਤੀਰਥਾਂ ਉੱਤੇ ਇਸ਼ਨਾਨ ਕਰਨ ਨੂੰ ਤਿਆਰ ਹਾਂ, ਪਰ ਜੇ ਤੀਰਥਾਂ ਉੱਤੇ ਇਸ਼ਨਾਨ ਕਰਨ ਕਰਕੇ ਮੈਂ ਤੈਨੂੰ ਪਾ ਜਾਵਾਂ ਫਿਰ ਤੇ ਠੀਕ ਹੈ। ਜੇ ਕੇਵਲ ਦੁਨਿਆਵੀ ਵਿਖਾਵੇ ਲਈ ਇਸ਼ਨਾਨ ਕਰਨਾ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਬਾਲਾ ਥੀ ਨਾਥਿਆਂ ਤੋਏ ਪਾ ਚੜਿਆ ਸੋਰ, ਫਿਰ ਕੀ ਲਾਭ ਹੋਵੇਗਾ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ, ਆਪ ਇਉਂ ਕਿਉਂ ਕਹਿ ਰਹੇ ਹੋ? ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਮੈਂ ਵੇਖਿਆ ਜਗਤ ਨੂੰ, ਤੀਰਥਾਂ ਉੱਤੇ ਜਾ ਕੇ ਬੰਦਾ ਕਿਉਂ ਇਸ਼ਨਾਨ ਕਰਦਾ ਹੈ? ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵੀ ਪ੍ਰਕਾਸ਼ ਗੁਰਪੁਰਬ ਆ ਰਿਹਾ ਨਾ, ਕਹਿੰਦੇ ਪਾਪ ਤੇ ਇਹ ਬੰਦੇ ਤੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਹੋ ਕੇ ਕਰ ਰਹੇ ਹੈ, ਤੇ ਸਾਲ ਵਿੱਚ ਇੱਕ ਵਾਰੀ ਗਿਆ ਤੇ ਕਿਤੇ ਤੀਰਥਾਂ ਉੱਤੇ ਇਸ਼ਨਾਨ ਕਰ ਲਿਆ, ਤੇ ਕੁਝ ਭੇਟਾ ਖਾਤਰ ਪੰਡੇ ਨੇ ਕਹਿ ਦਿੱਤਾ ਕਿ ਜਜਮਾਨ ਤੇਰੇ ਪਾਪ ਉਤਰ ਗਏ, ਤੈਨੂੰ ਤੇ ਸੌਖਾ ਤਰੀਕਾ ਮਿਲ ਗਿਆ, ਹੁਣ ਤੂੰ ਕੀ ਕਰੇਂਗਾ? ਬਹੁਰ ਕਮਾਵੇਂ ਹੋਏ ਨਿਸ਼ੰਕ। ਹੁਣ ਤੇ ਤੇਰੀ ਸ਼ੰਕਾ ਹੀ ਮਿਟ ਗਈ, ਡਰ ਹੀ ਮਿਟ ਗਿਆ ਵੀ ਜਿੰਨੇ ਮਰਜੀ ਪਾਪ ਕਮਾਓ ਤੇ ਸਾਲ ਵਿੱਚ ਇੱਕ ਵਾਰੀ ਜਾ ਕੇ ਇਸ਼ਨਾਨ ਕਰੋ, ਭੇਟਾ ਦੇ ਦਿਓ, ਪਾਪ ਉਤਰ ਗਏ। ਪਰ ਇੱਕ ਗੱਲ ਨਾ ਭੁੱਲਿਓ, ਜੰਪੁਰ ਬਾਂਧ ਖਰੇ ਕਾਲੰਕ। ਜਦ ਨਿਬੇੜਾ ਹੋਵੇਗਾ ਨਾ, ਇਹ ਜਿਹੜੇ ਪਾਪ ਨੇ ਨਾ, ਇਹ ਨਹਾਉਣ ਨਾਲ ਉਤਰਨਗੇ ਨਹੀਂ, ਨਾਲ ਹੀ ਜਾਣਗੇ। ਤੇ ਕੀ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਰਹੇ ਨੇ? ਨਹੀਂ, ਭਗਤ ਨਾਮਦੇਵ ਜੀ ਨੇ ਕਿਹਾ, ਤੀਰਥ ਦੇਖ ਨਾ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਵਾਂਗੋ। ਮੈਂ ਤੀਰਥਾਂ ਨੂੰ ਵੇਖ ਕੇ ਇੱਕਦਮ ਛਾਲ ਨਹੀਂ ਮਾਰ ਦਿਆਂਗਾ। ਹੁਣ ਹਿੰਦੂ ਭਗਤ ਨੇ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹ ਲਓ, ਸੂਰਦਾਸ ਜੀ ਨੂੰ ਪੜ੍ਹ ਲਓ, ਬ੍ਰਾਹਮਣ ਨੇ, ਹਰ ਇੱਕ ਦਾ ਸਿਧਾਂਤ ਇੱਕੋ ਹੀ ਹੈ। ਰਾਮਾਨੰਦ ਪਰਮਾਨੰਦ ਨੂੰ ਪੜ੍ਹ ਲਓ, ਲੌਜਿਕ ਨਾਲ ਗੱਲ, ਸੱਚਾਈ ਦੀ ਗੱਲ, ਸੱਚ ਕਹਿੰਦਿਆਂ ਡਰੇ ਨਹੀਂ ਹਨ। ਭਗਤ ਨਾਮਦੇਵ ਜੀ ਕਹਿੰਦੇ, ਮੈਂ ਤੀਰਥਾਂ ਨੂੰ ਵੇਖ ਕੇ ਇੱਕਦਮ ਛਾਲ ਨਹੀਂ ਮਾਰ ਦਿਆਂਗਾ, ਜੀਵ ਜਨਤਾ ਨੂੰ ਪਾਣੀ ਦੇ ਦੁਖੀ ਨਹੀਂ ਕਰਾਂਗਾ। ਬਾਬਾ ਨਾਮਦੇਵ ਜੀ, ਤੁਸੀਂ ਤੇ ਫਿਰ ਨਾਸਤਿਕ ਹੋਏ, ਤੁਸੀਂ ਤੀਰਥਾਂ ਉੱਤੇ ਇਸ਼ਨਾਨ ਨਹੀਂ ਕਰੋਗੇ? ਕਹਿੰਦੇ ਮੈਂ ਵੀ ਕਰਦਾ। ਤੁਸੀਂ ਕਿਹੜੇ ਤੀਰਥ ਤੇ ਇਸ਼ਨਾਨ ਕਰਦੇ ਹੋ? ਕਹਿੰਦੇ 68 ਤੀਰਥ ਗੁਰੂ ਦਿਖਾਏ ਘਟੀ ਪੀਤਰ ਨਾ ਹੋਵੋ। ਮੈਨੂੰ ਤੇ ਮਾਲਕ ਵਾਹਿਗੁਰੂ ਜੀ ਨੇ ਅੰਦਰੋਂ ਹੀ ਤੀਰਥ ਵਿਖਾ ਦਿੱਤਾ। ਉਹ ਕਿਹੜਾ ਤੀਰਥ ਹੈ? ਤੀਰਥ ਨਾਮਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿੱਥੋਂ ਗੱਲ ਆਪਾਂ ਨੇ ਸ਼ੁਰੂ ਕੀਤੀ ਸੀ, ਗਿਆਨ ਰੂਪੀ ਚਾਨਣਾ। ਬੇਸ਼ੱਕ ਹੋਵੇ ਬਾਹਰ ਦਾ ਚਾਨਣਾ, ਇਹ ਲਾਈਟਾਂ ਦਾ, ਸੂਰਜ ਦਾ ਜ਼ਰੂਰੀ ਹੈ, ਪਰ ਜੇ ਅੱਖਾਂ ਦੀ ਰੌਸ਼ਨੀ ਨਹੀਂ ਤੇ ਇਹ ਚਾਨਣਾ ਕਿਸ ਕੰਮ ਦਾ? ਅੰਧੇ ਬੰਦੇ ਲਈ ਇਹ ਚਾਨਣਾ ਕਿਸ ਕੰਮ ਦਾ? ਅੱਖਾਂ ਦੀ ਰੌਸ਼ਨੀ ਚਾਹੀਦੀ ਹੈ। ਤੇ ਜੇ ਅੱਖਾਂ ਦਾ ਚਾਨਣਾ ਵੀ ਉਹ ਇਹ ਵੀ ਹੋਵੇ, ਹੁਣ ਸੁਰਤੀ ਗਵਾਚ ਗਈ, ਚੇਤਨਾ ਗਵਾਚ ਗਈ, ਬੰਦਾ ਕੋਮਾ 'ਚ ਚਲਾ ਗਿਆ, ਇਹ ਦੋਨੋਂ ਚਾਨਣੇ ਕਿਸੇ ਕੰਮ ਦੇ ਨਹੀਂ।
ਹੁਣ ਮੰਨ ਲਓ ਚੇਤਨਾ ਰੂਪੀ ਸੁਰਤ ਰੂਪੀ ਚਾਨਣਾ ਵੀ ਹੈ, ਫਿਰ ਕੀ ਹੋਵੇਗਾ? ਦੁਨਿਆਵੀ ਚਤੁਰਾਈਆਂ ਬਹੁਤ ਹੋਣਗੀਆਂ, ਪਦਾਰਥਾਂ ਨੂੰ ਪਕੜਨ ਦੀ ਸਮਝ ਹੋਵੇਗੀ, ਪਰ ਜੀਵਨ ਮਿਲਿਆ ਕਿਸ ਲਈ ਇਹ ਸਮਝ ਨਹੀਂ ਹੈ। ਉਹ ਸਮਝ ਦਿੰਦਾ ਗੁਰੂ, ਤੇ ਗੁਰੂ ਕੋਲ ਉਹ ਚਾਨਣਾ ਹੈ, ਜੇ ਸੋ ਚੰਦਾ ਉਗਮ ਹੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਨਹੀਂ ਪੈ ਸਕਦੀ, ਗੁਰੂ ਸਮਝਾਉਂਦਾ ਹੈ। ਕਈ ਵਾਰੀ ਨਾ ਗੱਲ ਰਿਪੀਟ ਹੋਵੇ ਤੇ ਪਕੜ ਵਿੱਚ ਆ ਜਾਂਦੀ ਹੈ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਸਿੱਧਾ ਰਾਹ ਭਾਵੇਂ 100-200 ਕਿਲੋਮੀਟਰ ਦਾ ਹੋਵੇ, ਅੱਜ ਕੱਲ ਐਕਸਪ੍ਰੈਸ ਵੇ ਬਣ ਗਏ ਨੇ, ਬੰਦਾ ਬੇਫਿਕਰ ਤੁਰਿਆ ਚਲਾ ਜਾਵੇਗਾ, ਸਿੱਧਾ ਰਾਹ ਹੈ, ਕੋਈ ਫਿਕਰ ਹੀ ਨਹੀਂ, ਮੰਜ਼ਿਲ ਤੇ ਪਹੁੰਚ ਜਾਵਾਂਗਾ। ਪਰ ਜੇ ਵਿੱਚ ਕਿਤੇ ਦੁਰਾਹਾ ਚੌਰਾਹਾ ਆ ਜਾਵੇ, ਤਰਾਹਾ ਆ ਜਾਵੇ, ਉਹ ਭਾਵੇਂ 100 ਫੀਟ ਦਾ ਹੀ ਕਿਉਂ ਨਾ ਹੋਵੇ, ਬੜਾ ਸੁਚੇਤ ਹੋਣ ਦੀ ਲੋੜ ਹੈ। ਉੱਥੇ ਜੇ ਗਲਤ ਰਸਤਾ ਫੜ ਲਿਆ, ਸਿੱਧਾ ਰਾਹ ਖੁੰਝ ਗਿਆ, ਤੇ ਮੰਜ਼ਿਲ ਗਵਾਚ ਜਾਵੇਗੀ, ਸਮਾਂ ਵਿਅਰਥ ਜਾਵੇਗਾ, ਬੰਦਾ ਦੁੱਖਾਂ ਵਿੱਚ ਵੀ ਪੈ ਸਕਦਾ, ਲੁੱਟਿਆ ਪਟਿਆ ਜਾ ਸਕਦਾ ਹੈ। ਤੇ ਸਿੱਧਾ ਰਾਹ ਸਾਡਾ ਕੀ ਹੈ? ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਿੱਧਾ ਰਾਹ ਨੇ, ਇਹ ਸਿੱਧਾ ਰਾਹ ਨੇ। ਤਾਂ ਹੀ ਤਾਂ ਭਗਤ ਨਾਮਦੇਵ ਜੀ ਦਾ ਸਿੱਧਾ ਰਾਹ ਕਬੂਲ ਹੋ ਗਿਆ। ਇੱਥੇ ਭਗਤ ਨਾਮਦੇਵ ਜੀ ਦੀ ਸੁਰਤ ਤੇ ਸਾਡੀ ਸੁਰਤ ਵਿੱਚ ਅੰਤਰ ਪਤਾ ਕੀ ਹੈ? ਜੇ ਸੁਰਤ ਚ ਅੰਤਰ ਹੈ ਤੇ ਸਮਝ ਵਿੱਚ ਵੀ ਅੰਤਰ ਹੈ। ਅਸੀਂ ਪੁੱਤਰ ਨੂੰ ਪੁੱਤਰ ਹੀ ਵੇਖਦੇ ਹਾਂ, ਅਸੀਂ ਬੇਟੀ ਨੂੰ ਬੇਟੀ ਹੀ ਵੇਖਦਾ, ਮੇਰੀ ਬੇਟੀ, ਮੇਰਾ ਪੁੱਤਰ, ਮੇਰੀ ਪਤਨੀ, ਮੇਰਾ ਪਤੀ, ਮੇਰਾ ਪਿਤਾ, ਮੇਰੀ ਮਾਂ। ਪਰ ਭਗਤਾਂ ਨੇ ਕੁਝ ਹੋਰ ਵੇਖਿਆ। ਅਸੀਂ ਵੇਖਦੇ ਹਾਂ ਸੋਹਣਾ ਮਹਿਲ ਮੇਰਾ ਬਣਿਆ, ਮੇਰਾ ਘਰ, ਮੇਰਾ ਮਕਾਨ। ਪਰ ਭਗਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਚ ਇੱਕ ਘਟਨਾ ਦਾ ਜ਼ਿਕਰ ਹੈ। ਕਹਿੰਦੇ ਭਗਤ ਨਾਮਦੇਵ ਜੀ ਦਾ ਘਰ ਅਤ ਸੋਹਣਾ ਅਤ ਸੁੰਦਰ ਬਣ ਗਿਆ, ਤੇ ਗੁਆਂਢਣ ਪਣੋਸਣ ਨੇ ਜਦ ਵੇਖਿਆ ਇੰਨਾ ਸੋਹਣਾ ਘਰ ਬਣਾਇਆ, ਤੇ ਪੁੱਛ ਲਿਆ, ਨਾਮਦੇਵ ਕਿਸ ਕਾਰੀਗਰ ਤੋਂ ਤੂੰ ਇਹ ਘਰ ਬਣਵਾਇਆ ਹੈ? ਮੈਂ ਵੀ ਇਹੋ ਜਿਹਾ ਘਰ ਬਣਵਾਉਣਾ ਹੈ। ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਚਾਨ ਛਵਾਈ ਹੋ। ਗੁਆਂਢਣ ਆ ਕੇ ਪੁੱਛਦੀ ਹੈ ਵੀ ਕਿਸ ਤੋਂ ਇਹ ਕੰਮ ਕਰਾਇਆ, ਕਿਸ ਤੋਂ ਘਰ ਬਣਵਾਇਆ? ਹੁਣ ਬਾਬਾ ਨਾਮਦੇਵ ਜੀ ਦੀ ਅਵਸਥਾ ਤੇ ਕੁਝ ਹੋਰ ਸੀ, ਉਹ ਬੋਲੇ ਕੁਝ ਨਾ, ਤੇ ਦੁਨੀਆਦਾਰ ਸੁਭਾਵ ਸੀ ਗੁਆਂਢਣ ਦਾ। ਉਹਨੇ ਸੋਚਿਆ ਮਤਾਂ ਕਿਤੇ ਸੋਚਦਾ ਕਿ ਇਹਦੇ ਕੋਲ ਦੌਲਤ ਨਹੀਂ, ਪੈਸਾ ਨਹੀਂ। ਕਹਿਣ ਲੱਗੀ, ਤੋ ਪਹਿ ਦੁਗਣੀ ਮਜੂਰੀ ਦਹੋ, ਮੋਕੋ ਬੇਢੀ ਦੇਹੁ ਬਤਾਈ ਹੋ। ਤੂੰ ਇਸ ਭੁਲੇਖੇ ਚ ਨਾ ਰਹੀ ਕਿ ਮੇਰੇ ਕੋਲ ਦੌਲਤ ਨਹੀਂ, ਤੇਰੇ ਤੋਂ ਡਬਲ ਮਜ਼ਦੂਰੀ ਦੇਾਂਗੀ, ਡਬਲ ਪੈਸਾ ਖਰਚਾਂਗੀ, ਬਸ ਮੈਨੂੰ ਤੋ ਕਾਰੀਗਰ ਦੱਸ ਦੇ। ਉਦੋਂ ਬਾਬਾ ਨਾਮਦੇਵ ਜੀ ਬੋਲੇ, ਰੀ ਬਾਈ। ਇਧਰ ਨਾ ਮਹਾਰਾਸ਼ਟਰ ਸਾਈਡ 22 ਸ਼ਬਦ ਇਸਤਰੀ ਲਈ ਵਰਤਿਆ ਜਾਂਦਾ ਹੈ। ਬਾਈ ਭੈਣ ਨੂੰ ਵੀ ਕਿਹਾ ਜਾਂਦਾ ਹੈ, ਮਾਂ ਨੂੰ ਵੀ ਕਿਹਾ ਜਾਂਦਾ ਹੈ। ਰੀ ਬਾਈ ਐ ਭੈਣੇ, ਬੇਢੀ ਦੇਣ ਨਾ ਜਾਈ। ਜਿਸ ਕਾਰੀਗਰ ਨੇ ਮੇਰਾ ਘਰ ਬਣਾਇਆ ਹੈ ਨਾ, ਉਹ ਦੌਲਤ ਨਾਲ ਨਹੀਂ ਖਰੀਦਿਆ ਜਾਂਦਾ। ਦੇਖ ਬੇਢੀ ਰਹੋ ਸਮਾਈ, ਦੇਖੋ ਤੇ ਹਰ ਜਗ੍ਹਾ ਮੌਜੂਦ ਹੈ। ਹੁਣ ਸਮਝ ਨਾ ਸਕੀ, ਕਹਿੰਦੀ ਜੇ ਕਿਤੇ ਉਹ ਪੈਸੇ ਨਾਲ ਨਹੀਂ ਖਰੀਦਿਆ ਜਾਂਦਾ, ਪੈਸਾ ਲੈ ਕੇ ਕੰਮ ਨਹੀਂ ਕਰਦਾ, ਦੌਲਤ ਲੈ ਕੇ ਕੰਮ ਨਹੀਂ ਕਰਦਾ, ਤੇ ਫਿਰ ਕੀ ਲੈਗਾ? ਜੋ ਮੰਗੇਗਾ ਮੈਂ ਦਿਆਂਗੀ, ਪਰ ਘਰ ਤੇਰੇ ਵਰਗਾ ਬਣਾਉਣਾ ਹੈ। ਉਦੋਂ ਬਾਬਾ ਨਾਮਦੇਵ ਜੀ ਨੇ ਕਿਹਾ, ਬੇਢੀ ਪ੍ਰੀਤ ਮਜੂਰੀ ਮੰਗੈ, ਜੇ ਕੋ ਛਾਨ ਛਵਾਵੇ ਹੋ, ਜੇ ਕੋ ਛਾਨ ਛਵਾਵੇ ਹੋ। ਉਹ ਤੇ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ, ਉਹ ਤੇ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ।
जो प्रेम नाल ਉਹਨੂੰ ਚੇਤੇ ਕਰਦਾ ਹੈ ਉਹਦਾ ਹੋ ਜਾਂਦਾ। ਸਾਚ ਕਹੂੰ ਸੁਨ ਲੈ ਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਦਾ ਘਰ ਬਣਾਉਣ ਨੂੰ ਆਪ ਆ ਜਾਂਦਾ ਹੈ। ਉਹ ਐਸੇ ਢੋ ਟੁਕਾ ਦਿੰਦਾ ਹੈ ਕਿ ਬਣ ਜਾਂਦੇ ਨੇ। ਦਰਬਾਰ ਸਾਹਿਬ ਬਣ ਗਿਆ, ਗੁਰੂ ਅਰਜਨ ਦੇਵ ਸਾਹਿਬ ਜੀ ਉੱਤੇ ਕਿਰਪਾ ਹੋਈ, ਮਾਲਕ ਵਾਹਿਗੁਰੂ ਆਪ ਆ ਕੇ ਖੜਾ ਹੋ ਗਿਆ ਨਾਲ। ਦੁਨਿਆਵੀ ਮਹਿਲਾਂ ਦੀ ਗੱਲ ਕਰੀਏ, कहते ने ना, दुनिया में कुछ ऐसे भी कवल होते हैं खिलते नहीं मगर वक्ते उजल होते हैं। ये जुदा बात है वो तामीर ना हो। हर जहन में कुछ ताजमहल होते हैं, हर जहन में कुछ ताजमहल होते हैं। हर बंदा सोचता है मेरा सोहना महल वर्गा घर होवे, कि हर एक नूं घर मिल जाता है। उमरां बीत जांदियां ने किराए दे मकानां दे विच। लोग फुटपाथां ते सौं के जिंदगी गुजार दिंदे ने, मरन लग्गियां संस्कार भी किते सरकारी महकमा करदा है। हर एक नूं मकान मिल जांदा है? बिल्कुल नहीं। जिहदे उत्ते मालक वाहिगुरू जी दी नदरे इनायत होवे, जिन्हों वो देण ते आवे, बहुत कुछ दे दिंदा है। जे खोण ते आवे ते सब कुछ खो लैंदा है। एक भीना दे 10 20 लै तो मूड़ा कुख। ते भगतां ने वेखिया मां बाप विचों भी ते सब विचों परमात्मा वाहिगुरू नूं वेखिया। कि गुरु नानक देव साहब जी ते भगत नामदेव जी ने ही ये गल कही तीर्थां बारे, नहीं भगत कबीर साहब जी ने भी कह दिता, गंगा तीर जो घर कर है पीवह निर्मल नीर। कहते एक बारी गंगा इशनान ते की जाना, गंगा दे किनारे घर ही बना लै, उत्थे ही रह, रोज नहा ते रोज गंगा जल पी। ऐसी गल नहीं कि भगत गंगा नूं निंदा कर रहे ने या भिट रहे ने। नहीं कहते ऐ बंदे तू पाखंड ना कर। जे तू गंगा च इशनान करके तू उस भगवान, वो जो सृष्टि च रमिया होया राम, वो मालक वाहिगुरू है, ओदी भगती करदा है, ते नहाउणा भी चंगा है। वो तन दा नहाउणा है। अंदर दा नहाउणा तू नहाया है कि नहीं? ये जो इस वेले तुसी नहा रहे हो, गुर दरियाओ सदा जल निर्मल, मिलिया दुरमत मैल हरे, सतगुर पाइया पूरा नामन, पशु परे तो देव करे। ये गुरु एक दरिया है, पवित्र नाम रूपी अमृत जल ये वरस रहा है। चिम चिम वरसै अमृत धारा, मन पीवै सुन शब्द विचारा। भगत कबीर साहब जी वो गल कहना चाह रहे हैं भी अंदर दा इशनान कीता है कि नहीं। गंगा तीर जो घर घर है पीवह निर्मल नीर, बिन हर भगत ना मुक्त होए, यूं कह रमै कबीर। जो सतगुरु जी बारे भट्ट जी अज कह रहे ने, गुर बिन मुक्त ना पावै। गुरु तो बिना मुक्त की समझ ही नहीं है। जे भगती नहीं की तो मुक्ति किस तरह मिल जाएगी। सारी उम्र दुनिया नूं लुटदा रहा, लोकां दा हक मारदा रहा, लोकां दे दिल दुखाउंदा रहा, साड़ा जलन अगन हर वेले मनुख इस विच जींदा रहा ते आस ये करे कि मैं इतना दान पुण्य कर दिता है ते मैनू किसी धार्मिक जगत के बंदे ने कह दिता है कि मरण तो बाद मुक्ति मिल जाएगी। सवाल ही पैदा नहीं होता। खेत शरीर जो बीजिया सो अंत खलोया है, किस बिरती नाल तू कीता है। ये तो हो सकता कई जन्म भाई कीट पतंगा, कई जन्म गजमीन कुरंगा, कई जन्म पंखी सरप होयो, कई जन्म हैबर ब्रख जोयो। ये तो हो सकता है, पर कभी मरण तो बाद मुक्ति भगत नामदेव जी कहते मैं नहीं मनता। मुए हो जो मुक्त दिओगे मुक्त ना जाना कोयला। अगे साहब कहते ने गुर कर सच विचार, गुरु कर रे मन मेरे,
है मेरे मन गुरु गुरु कर। गुरु ਨੂੰ ਚੇਤੇ ਕਰ ਤੇ ਜੇ ਗੁਰੂ ਨੂੰ ਚੇਤੇ ਕਰੇਗਾ ਤੇ ਸੱਚ ਦੀ ਵਿਚਾਰ ਤੇਰੇ ਪੱਲੇ ਪਏਗੀ, ਸੱਚ ਦੀ ਸਮਝ ਤੇਰੇ ਪੱਲੇ ਪਵੇਗੀ, ਤੂੰ ਸੱਚ ਨਾਲ ਜੁੜੇਗਾ। ਤੇ ਜਿਹੜਾ ਸੱਚ ਨਾਲ ਜੁੜਦਾ ਸੱਚ ਕਹਿਣ ਤੋਂ ਡਰਦਾ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨਹੀਂ ਡਰੇ, ਭਾਵੇਂ ਬੰਨ ਕੇ ਪੋਟਲੀ ਬਣਾ ਕੇ ਹਾਥੀ ਦੇ ਸਾਹਮਣੇ ਸੱਟ ਦਿੱਤਾ, ਨਹੀਂ ਡਰੇ। ਗੰਗਾ ਦੇ ਚ ਸੱਟ ਦਿੱਤਾ ਗਿਆ ਹੱਥ ਪੈਰ ਬੰਨ ਕੇ, ਨਹੀਂ ਡਰੇ। ਕਿਉਂ ਨਹੀਂ ਡਰੇ? ਕਿਉਂਕਿ ਸੱਚ ਪਤਾ ਲੱਗ ਗਿਆ ਸੀ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਏ। ਤੇ ਕਹਿ ਦਿੱਤਾ ਤੁਮ ਜੋ ਕਹੀਏ ਤੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਕਹਿੰਦੇ ਜੇ ਕਿਤੇ ਤੁਸੀਂ ਕਹਿੰਦੇ ਹੋ ਸ੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਨੇ, ਫਿਰ ਦੱਸੋ ਨੰਦ ਕਿਸ ਦਾ ਪੁੱਤਰ ਹੈ? ਇਹਦੇ ਨਾਲ ਇਹ ਨਹੀਂ ਕਿ ਸ੍ਰੀ ਕ੍ਰਿਸ਼ਨ ਜੀ ਦੀ ਮਹਾਨਤਾ ਨੂੰ ਕਿਤੇ ਭਗਤ ਕਬੀਰ ਜੀ ਘੱਟ ਕਰ ਰਹੇ ਨੇ, ਨਹੀਂ। ਉਹ ਜੋ ਮਹਾਨਤਾ ਜਾਂ ਸੱਚਾਈ ਹੈ ਉਹਨਾਂ ਦੀ ਹੈ। ਭਗਤ ਕਬੀਰ ਜੀ ਕੁਝ ਹੋਰ ਕਹਿਣਾ ਚਾਹ ਰਹੇ ਨੇ, ਦੁਨੀਆ ਨੂੰ ਸਮਝਾਉਣਾ ਚਾਹ ਰਹੇ ਨੇ। ਜੇ ਆਪਾਂ ਇਉਂ ਵੀ ਸਮਝ ਲਈਏ ਸੱਚਾਈ ਨੂੰ ਤੇ ਗੁਰੂ ਸਮਝਾਉਂਦਾ ਹੈ। ਜੇ ਕੋਈ ਪੁੱਛ ਲਵੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਕਲਿਆਣ ਦਾਸ ਨੇ, ਤੇ ਫਿਰ ਕਲਿਆਣ ਦਾਸ ਦੇ ਪਿਤਾ ਕੌਣ ਨੇ? ਕਲਿਆਣ ਦਾਸ ਕਿਸ ਦੇ ਪੁੱਤਰ ਨੇ? ਕਹਿੰਦੇ ਆਪਣੇ ਪਿਤਾ ਦੇ। ਕਹਿੰਦੇ ਫਿਰ ਉਹਨਾਂ ਦੇ ਪਿਤਾ ਜੋ ਨੇ ਉਹ ਕਿਸ ਦੇ ਪੁੱਤਰ ਨੇ? ਕਹਿੰਦੇ ਆਪਣੇ ਪਿਤਾ ਦੇ। ਤੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਜੇ ਤੁਸੀਂ ਕਹਿ ਰਹੇ ਹੋ ਸ੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਨੇ, ਫਿਰ ਨੰਦ ਕਿਸ ਦੇ ਪੁੱਤਰ ਨੇ? ਕਹਿੰਦੇ ਆਪਣੇ ਪਿਤਾ ਦੇ। ਫਿਰ ਉਹਨਾਂ ਦਾ ਪਿਤਾ ਜੋ ਹੈ ਉਹ ਕਿਸ ਦਾ ਪੁੱਤਰ ਹੈ? ਆਪਣੇ ਪਿਤਾ ਦਾ। ਵੀ ਕਿਤੇ ਤੇ ਗੱਲ ਮੁੱਕੇਗੀ ਨਾ, ਪਹਿਲਾ ਪਿਤਾ ਜੋ ਸੀ ਉਹ ਕਿਸ ਨੇ ਬਣਾਇਆ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਾਇਆ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕੌਣ ਕਹਾਂ ਤੇ ਆਇਆ। ਜਦ ਮਾਂ ਵੀ ਨਹੀਂ ਸੀ, ਬਾਪ ਵੀ ਨਹੀਂ ਸੀ, ਅਸੀਂ ਵੀ ਨਹੀਂ ਸੀ, ਤੁਸੀਂ ਵੀ ਨਹੀਂ ਸੀ, ਕੋਈ ਸਰੀਰ ਬਣਿਆ ਹੀ ਨਹੀਂ ਸੀ, ਕਾਇਆ ਦੇਹੀ ਬਣੀ ਨਹੀਂ ਸੀ, ਉਦੋਂ ਦੱਸੋ ਪਹਿਲਾ ਪਿਤਾ ਕਿਹਨੇ ਬਣਾਇਆ? ਪਹਿਲੀ ਮਾਂ ਕਿਹਨੇ ਬਣਾਈ? ਉੱਥੇ ਲੈ ਜਾਣਾ ਚਾਹ ਰਹੇ ਨੇ ਬਾਬਾ ਕਬੀਰ ਸਾਹਿਬ ਜੀ। ਕਹਿੰਦੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾਕੋ ਮਾਈ ਨਾ ਬਾਪੂ ਰੇ। ਵੀ ਕਬੀਰ ਦਾ ਮਾਲਕ ਤੇ ਉਹ ਮਾਲਕ ਵਾਹਿਗੁਰੂ ਹੈ ਜਿਹਦਾ ਕੋਈ ਮਾਂ-ਬਾਪ ਹੈ ਹੀ ਨਹੀਂ। ਤੇ ਕੀ ਕੇਵਲ ਆਪਣਾ ਹੀ ਕਹਿ ਰਹੇ ਨੇ? ਨਹੀਂ, ਸਾਨੂੰ ਵੀ ਸਮਝਾ ਰਹੇ ਨੇ। ਕਹਿੰਦੇ ਜੋ ਮਾਂ-ਬਾਪ ਤੁਸੀਂ ਵੇਖ ਰਹੇ ਹੋ ਨਾ, ਇਹਨਾਂ ਮਾਂ-ਬਾਪ ਦੇ ਪਿੱਛੇ ਸੱਚਾਈ ਕੁਝ ਹੋਰ ਹੈ। ਇਹ ਮਾਂ-ਬਾਪ ਵੀ ਕਿਸੇ ਹੋਰ ਨੇ ਦਿੱਤੇ ਨੇ। ਮਾਂ-ਬਾਪ ਦੇ ਰਾਹੀਂ ਜੋ ਕੁਝ ਪ੍ਰਾਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਉਹ ਪਿੱਛੇ ਮਾਲਕ ਵਾਹਿਗੁਰੂ ਸੱਚ ਖੜਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਸਾਹਿਬ ਸਮਝਾ ਰਹੇ ਨੇ ਕਿ ਤੇ ਜੇ ਤੂੰ ਗੁਰੂ ਗੁਰੂ ਕਰੇਗਾ ਤੇ ਸੱਚ ਦੀ ਵਿਚਾਰ ਤੇਰੇ ਪੱਲੇ ਪਏਗੀ। ਗੁਰ ਕਰ ਸ਼ਬਦ ਸਪਨ ਅਗਨ ਕਟਹਿ ਸਭ ਤੇਰੇ। ਜੇ ਤੂੰ ਗੁਰੂ ਗੁਰੂ ਕਰੇਗਾ ਤੇ ਸ਼ਬਦ ਰਾਹੀਂ ਤੈਨੂੰ ਸੂਰਮਾ ਗੁਰੂ ਮਿਲੇਗਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕੈ, ਜਾ ਕਾ ਸਤਿਗੁਰ ਪੂਰਾ। ਉਹ ਹੈ ਸੂਰਮਾ, ਉਹ ਹੈ ਸੂਰਾ ਗੁਰੂ। ਉਹ ਜੇ ਮਿਲ ਗਿਆ ਸ਼ਬਦ ਦੇ ਕਰਕੇ, ਫਿਰ ਸੂਰਮਾ ਗੁਰੂ ਤੇਰੀ ਬਾਹ ਨਹੀਂ ਛੱਡੇਗਾ। ਛੱਡੀ ਕਿਤੇ ਬਾਹ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਦੀ ਬਾਹ ਫੜ ਲਈ, ਸੀਸ ਦੇਣਾ ਪੈ ਗਿਆ, ਪਰ ਬਾਹ ਨਹੀਂ ਛੱਡੀ। ਬਾਹ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜਾ ਬਾਹ ਨਾ ਛੋੜੀ ਹੈ। ਅੱਜ ਤੇ ਰੋਜ਼ ਬਾਹਾਂ ਛੱਡ ਰਹੇ ਹਾਂ ਅਸੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਕੇ ਲਾਵਾਂ ਲੈਂਦੇ ਆ। ਪਤੀ ਪਤਨੀ ਦਾ ਸੰਬੰਧ ਬਣਦਾ ਹੈ,
ਸਮਝਾਇਆ ਜਾਂਦਾ ਸਭ ਕੁਝ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਪਾ ਕੇ ਰਿਸ਼ਤਾ ਬਣ ਰਿਹਾ ਤੇ ਧੁਰ ਦਰਗਾਹ ਤੋਂ ਬਣਿਆ ਹੈ। ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਪਰ ਰੋਜ਼ ਕਾਇਰ ਹੋ ਕੇ ਪਤੀ ਦੌੜ ਰਿਹਾ ਹੈ, ਬਾਂਹ ਛੱਡ ਕੇ, ਕਿਤੇ ਪਤਨੀ ਦੌੜ ਰਹੀ ਹੈ, ਗੁਰੂ ਨਾ ਹੋਇਆ ਖੇਡ ਹੋ ਗਈ। ਆਨੰਦ ਕਾਰਜ ਕਿਹਾ ਹੈ, ਆਨੰਦ ਉਹ ਜੋ ਕਦੀ ਟੁੱਟੇ ਭੱਜੇ ਨਾ। ਕਹਿੰਦੇ ਜੇ ਕਿਤੇ ਤੂੰ ਗੁਰੂ ਨਾਲ ਜੁੜ ਜਾਵੇਂ ਨਾ, ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੇ। ਕਹਿੰਦੇ ਤੇਰੇ ਨੈਣਾ ਵਿੱਚ ਗੁਰੂ ਵਸ ਜਾਵੇਗਾ, ਤੇਰੀ ਨਜ਼ਰ ਵਿੱਚ। ਫਿਰ ਤੂੰ ਪਤਨੀ ਵਿੱਚੋਂ ਗੁਰੂ ਵੇਖੇਂਗਾ, ਵਾਹਿਗੁਰੂ ਵੇਖੇਂਗਾ, ਪਤਨੀ ਦਾ ਸਾਥ ਨਹੀਂ ਛੱਡੇਗਾ। ਫਿਰ ਤੂੰ ਪਤੀ ਵਿੱਚੋਂ ਗੁਰੂ ਵੇਖੇਂਗੀ, ਵਾਹਿਗੁਰੂ ਵੇਖੇਂਗੀ, ਕਿਉਂਕਿ ਗੁਰੂ ਤੇਰੇ ਨੈਣਾ ਵਿੱਚ ਆ ਗਿਆ। ਗੁਰ ਨੈਣ ਬੈਣ, ਬੈਣ ਦਾ ਅਰਥ ਹੁੰਦਾ ਬਚਨ, ਤੇਰੇ ਬਚਨਾਂ ਵਿੱਚ ਵੀ ਗੁਰੂ ਆ ਜਾਵੇਗਾ। ਤੇ ਗੁਰੂ ਆਇਆ ਤੇ ਸੱਤ ਟਿਕ ਗਿਆ। ਇਸ ਕਰਕੇ ਗੁਰੂ ਗੁਰੂ ਕਰ। ਤੇ ਭੱਟ ਨਲ ਜੀ ਕਹਿੰਦੇ ਨੇ ਕਿ ਹਮੇਸ਼ਾ ਹੀ ਸੱਤ ਨਾਲ ਜੁੜ ਜਾਵੇਗਾ। ਇਹ ਕਵੀ ਨਲ ਭੱਟ ਕਹਿ ਰਿਹਾ ਹੈ, ਜਿਨ ਗੁਰੂ ਨਾ ਦੇਖਿਓ ਨਹ ਕੀਓ ਤੇ ਅਕਿਅਥ ਸੰਸਾਰ ਮਹਿ। ਬੜੀ ਵੱਡੀ ਗੱਲ ਕਹਿ ਦਿੱਤੀ। ਜਿੱਥੋਂ ਆਪਾਂ ਨੇ ਗੱਲ ਆਰੰਭ ਕੀਤੀ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਅਕਿਅਥ ਦਾ ਅਰਥ ਹੈ ਨਿਸ਼ਫਲ, ਨਿਹਫਲ, ਬੇਕਾਰ। ਕਹਿੰਦੇ ਜਿਹਨੇ ਗੁਰੂ ਨੂੰ ਵੇਖਿਆ ਨਹੀਂ, ਸਮਝਿਆ ਨਹੀਂ, ਗੁਰੂ ਗੁਰੂ ਕੀਤਾ ਨਹੀਂ, ਉਹਦਾ ਸੰਸਾਰ ਦੇ ਵਿੱਚ ਆਉਣਾ ਬੇਕਾਰ ਹੈ। ਦਾਸ ਬੇਨਤੀ ਕਰਦਾ ਹੁੰਦਾ ਹੈ ਕਿ 4 ਪ੍ਰਕਾਰ ਦੇ ਮਨੁੱਖ ਮੁੱਖ ਤੌਰ ਤੇ ਸੰਸਾਰ ਵਿੱਚ ਵੇਖਣ ਨੂੰ ਮਿਲਦੇ ਨੇ। ਪਹਿਲੇ ਬੇਕਾਰ, ਸ਼ਰਾਬਖਾਨਾ, ਜੂਆ ਕਰ, ਵੈਸ਼ਿਆ ਦਾ ਦੁਆਰਾ, ਬਸ ਇਹ ਹੀ ਜ਼ਿੰਦਗੀ, ਨਾ ਗੁਰੂ ਚੇਤੇ ਨਾ ਵਾਹਿਗੁਰੂ, ਬੇਕਾਰ ਆਏ ਬੇਕਾਰ ਗਏ। ਦੂਜੇ ਕਾਰ ਜੋ ਕੇਵਲ ਕੰਮ ਦੇ ਵਿੱਚ ਜੀਂਦੇ ਨੇ, ਰਾਤ ਦਿਨ ਕੰਮ ਕਰਨਾ, ਪ੍ਰਾਪਰਟੀ ਦੌਲਤ ਬਣਾ ਲਓ, ਨਾ ਗੁਰੂ ਚੇਤੇ ਨਾ ਵਾਹਿਗੁਰੂ ਚੇਤੇ। ਤੀਜੇ ਉਪਕਾਰ, ਤੀਜੀ ਪ੍ਰਕਾਰ ਦੇ ਮਨੁੱਖ ਕੁਝ ਉੱਤਮ ਜੀਵਨ ਵਾਲੇ ਹੁੰਦੇ ਨੇ, ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਦਾਨ ਪੁੰਨ ਕਰਦੇ ਨੇ, ਪਰ ਆਪ ਕਰ ਲੈਣਾ ਚੰਗਾ ਕਰਮ, ਦੂਜੇ ਬਾਰੇ ਨਹੀਂ ਸੋਚਣਾ। ਵੱਧ ਤੋਂ ਵੱਧ ਮੇਰੇ ਬੱਚੇ ਚੰਗੇ ਪਾਸੇ ਲੱਗ ਜਾਣ, ਗੁਆਂਢੀ ਦੇ ਕਿਉਂ ਲੱਗਣ? ਉਹ ਸ਼ਰਾਬੀ ਕਬਾਬੀ ਬਣਨ, ਚੋਰ ਲੁਟੇਰੇ ਬਣਨ, ਮੈਨੂੰ ਕੀ। ਪਰ ਤੀਜੇ ਪਰਉਪਕਾਰ, ਜੋ ਆਪਣੇ ਮੂੰਹ ਦੀ ਬੁਰਕੀ ਵੀ ਦੂਜੇ ਦੇ ਮੂੰਹ 'ਚ ਪਾਉਣ ਦੀ ਜੁਰਤ ਰੱਖਦੇ ਨੇ, ਆਪ ਚੰਗੇ ਪਾਸੇ ਲੱਗਦੇ ਨੇ, ਦੂਜਿਆਂ ਨੂੰ ਵੀ ਚੰਗੇ ਪਾਸੇ ਲਾਉਂਦੇ ਨੇ, ਉਹਨਾਂ ਬਾਰੇ ਹੀ ਕਿਹਾ ਜਨ ਪਰਉਪਕਾਰੀ ਆਏ। ਸਾਡੇ ਗੁਰੂ ਪਰਉਪਕਾਰੀ ਸਨ। ਭਗਤ ਨਾਮਦੇਵ ਜੀ ਪਰਉਪਕਾਰੀ ਸਨ, ਗੁਰੂ ਨਾਨਕ ਦੇਵ ਸਾਹਿਬ ਜੀ ਪਰਉਪਕਾਰੀ ਸਨ। ਇਸੇ ਕਰਕੇ ਕਹਿ ਦਿੱਤਾ ਗਿਆ, ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰ उपकार किए, एक खालस खालसा पंथ सजा, जातों के भेद निकाल दिए, उस तेग के बेटे ने तेग पकड़, दुखियों के काट जंजाल दिए, उस मुल्क वतन की खिदमत में कहीं बाप दिया कहीं लाल दिए, कहीं बाप दिया कहीं लाल दिए। ਇਹੋ ਜਿਹਾ ਪਰਉਪਕਾਰ ਕਰਦਾ ਗੁਰੂ। ਬੇਨਤੀ ਕਰਦੇ ਆ ਅਜੇ ਹੈਡਗੰਥੀ ਗੁਰਦੁਆਰਾ ਸੀਸਗੰਜ ਸਾਹਿਬ, ਕਿਉਂਕਿ ਕਈ ਵਾਰੀ ਨੈਗੇਟਿਵ ਗੱਲ ਕੀਤੀ ਜਾਂਦੀ ਹੈ ਜੀ ਸੀਸਗੰਜ ਸਾਹਿਬ ਵੱਲ ਜਾਣ ਵਾਲੇ ਰਸਤੇ ਬੰਦ ਨੇ। ਨਾ ਨੈਗੇਟਿਵ ਗੱਲ ਕਰੋ ਨਾ ਸੁਣੋ। ਦਰਿਆਵਾਂ ਦੇ ਰਾਹ ਕੌਣ ਰੋਕ ਸਕਿਆ? ਨਦੀਆਂ ਦੇ ਰਾਹ ਕੌਣ ਰੋਕ ਸਕੇਗਾ? ਗੁਰੂ ਕੀ ਸੰਗਤ ਸਿੱਖਾਂ ਦੇ ਰਾਹ ਕੌਣ ਰੋਕ ਸਕਦਾ ਹੈ? ਰਾਹ ਬਿਲਕੁਲ ਖੁੱਲੇ ਨੇ। ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਬਿਲਕੁਲ ਰਾਹ, ਗੱਡੀਆਂ ਜਿੰਨੀਆਂ ਮਰਜ਼ੀ ਲਿਆਓ, ਟ੍ਰੈਫਿਕ ਵੀ ਨਹੀਂ ਹੁੰਦਾ। ਰਸਦ ਲਿਆਓ, ਦਰਸ਼ਨ ਕਰੋ, ਬਜ਼ੁਰਗਾਂ ਬੱਚਿਆਂ ਨੂੰ ਲਿਆਓ। ਉਸ ਤੋਂ ਬਾਅਦ ਵੀ ਲਾਲ ਕਿਲੇ ਵੱਲ ਪਾਰਕਿੰਗ ਹੈ, ਨਾਲ ਸ਼ਾਪਿੰਗ ਮਾਲ ਦੇ ਕੋਲ ਪਾਰਕਿੰਗ ਹੈ। 4 ਕਦਮ ਤੁਰ ਕੇ ਗੁਰੂ ਵੱਲ ਆਓ, ਗੁਰੂ ਅੱਗੇ ਹੋ ਕੇ ਗਲਵਕੜੀ ਚ ਲੈਂਦਾ ਹੈ। ਇਸ ਕਰਕੇ ਕਦੀ ਨਾ ਸੋਚੋ, ਸਾਰੇ ਰਾਹ ਖੁੱਲੇ ਨੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ,
जिस डिठे सब दुख जाए, तेग बहादुर सिमरै घर नौ निध आबै धाए, सब थाई होए सहाय। बुलाओ फतेह, वाहिगुरु जी का खालसा, वाहिगुरु जी की फतेह।